मेरे राम राए तू संतां का संत तेरे, मेरे राम राए तू संतां का संत तेरे। मेरे साहिब कुल आलम साहिब श्री गुरु ग्रंथ साहिब जी महाराज ਅਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸਹਾਵਾ ਰਾਮ ਰਾਜੇ। ਮੇਰੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਹੀ ਕਿਰਪਾ ਕਰਕੇ ਇਸ ਜਗ੍ਹਾ ਨੂੰ ਭਾਗ ਲਾਏ, ਤਾਂ ਕਿ ਕਿਉਂਕਿ ਆਪਣੀ ਸੰਗਤ ਨੂੰ ਤਾਰਨ ਵਾਸਤੇ ਉਹ ਆਪ ਹੀ ਇਹ ਵਿਧੀ ਬਣਾਉਂਦੇ ਹਨ। ਇਹ ਸੰਗਤ ਬੜੀ ਧੰਨਤਾ ਦੇ ਯੋਗ ਹੈ, ਕਿਉਂਕਿ ਮਾਲਕ ਕਹਿੰਦੇ ਨੇ ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੇ ਜੀਓ। ਪਿਆਰੀ ਸਾਧ ਸੰਗਤ ਜੀ, ਇਹ ਸੱਚ ਦੀ ਸੰਗਤ, ਇਸ ਸੱਚਖੰਡ ਦੇ ਵਿੱਚ ਆਪ ਜੀ ਬਿਰਾਜੇ ਹੋਏ ਹੋ। ਉਸ ਮਾਲਕ ਦਾ ਕੋਟਾਨ ਕੋਟਾਨ ਧੰਨਵਾਦ। ਉਪਰੰਤ ਆਪ ਸਾਰੀ ਸੰਗਤ ਦਾ ਵੀ ਧੰਨਵਾਦ, ਜਿਨ੍ਹਾਂ ਤੇ ਮਾਲਕ ਨੇ ਕਿਰਪਾ ਕਰਕੇ ਆਪ ਹੀ ਸੇਵਾ ਲਈ ਹੈ। ਪਿਆਰੀ ਸਾਧ ਸੰਗਤ ਜੀ, ਮਹਾਰਾਜ ਦਾ ਬਚਨ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਕ੍ਰਿਸ਼ਨ ਬਲ ਭਦਰ ਗੁਰ ਪਗ ਲਗ ਧਿਆਵੇ। ਹੁਣ ਕ੍ਰਿਸ਼ਨ ਮਹਾਰਾਜ ਕ੍ਰਿਸ਼ਨ ਅਵਤਾਰ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਨੇ, ਉਹਨਾਂ ਨੂੰ ਵੀ ਗੁਰੂ ਦੀ ਧਾਰਨਾ ਦੀ ਕਰਨ ਦੀ ਲੋੜ ਪੈ ਗਈ। ਤੇ ਆਪਾਂ ਗੁਰਦੁਆਰੇ ਆਉਂਦੇ ਆ ਤੇ ਆਪਾਂ ਵੀ ਅੰਦਰ ਝਾਤੀ ਮਾਰੀਏ, ਆਪਾਂ ਕਿੰਨੇ ਗੁਰੂ ਵਾਲੇ ਬਣ ਗਏ। ਮਹਾਰਾਜ ਨੇ ਸਪਸ਼ਟ ਕਹਿਤਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਇਹ ਬਖਸ਼ਿਸ਼ ਕੇਵਲ ਤਾਂ ਕੇਵਲ ਸਾਹਿਬ ਕਮਾਲ ਨੇ ਸਾਨੂੰ ਦਿੱਤੀ ਹੈ, ਕਿਉਂਕਿ ਕਹਿੰਦੇ ਨੇ ਵਹਿ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਿੰਨਾ ਚਿਰ ਆਪਾਂ ਗੁਰੂ ਨਹੀਂ ਧਾਰਨ ਕਰਦੇ, ਗੁਰੂ ਦੀ ਗੱਲ ਆਪਾਂ ਨੂੰ ਸਮਝ ਨਹੀਂ ਆਉਂਦੀ। ਇਹ ਮਹਾਰਾਜ ਕਹਿੰਦੇ ਨੇ, ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਤੇ ਗੁਰ ਬਿਨ ਗਿਆਨ ਨਾ ਹੋਵੇ। ਇਹ ਗਿਆਨ ਉਹਨਾਂ ਚਿਰ ਤੱਕ ਆਪਾਂ ਨੂੰ ਹਾਸਲ ਨਹੀਂ ਹੋਣਾ, ਜਿੰਨਾ ਚਿਰ ਤੱਕ ਆਪਾਂ ਕਲਗੀਧਰ ਪਾਤਸ਼ਾਹ ਦੇ ਸੰਪੂਰਨ ਸਿੱਖ ਉਹਦੀ ਬਾਣੀ ਤੇ ਬਾਣੀ ਦੇ ਨਾਲ ਨਹੀਂ ਜੁੜਦੇ। ਆਮ ਸੁਣਨ ਦੇ ਵਿੱਚ ਆਇਆ ਕਿ ਜੀ ਸਾਡਾ ਮਨ ਬੜਾ ਸਾਫ਼ ਹੈ। ਉਹ ਭਲਿਆ ਤੇਰਾ ਕਲਗੀਧਰ ਪਾਤਸ਼ਾਹ ਦੇ ਨਾਲੋਂ ਜ਼ਿਆਦਾ ਮਨ ਸਾਫ਼ ਹੈ, ਉਹਨਾਂ ਨੂੰ ਕੀ ਲੋੜ ਪੈ ਗਈ ਅੰਮ੍ਰਿਤ ਛਕਣ ਦੀ? ਨਹੀਂ, ਅੰਮ੍ਰਿਤ ਛਕਣਾ ਬਹੁਤ ਹੀ ਜ਼ਰੂਰੀ ਹੈ। ਸਾਹਿਬ ਨੇ ਇੱਕ ਬਚਨ ਕੀਤਾ ਸੀ, ਪਿਆਰੀ ਸਾਧ ਸੰਗਤ ਜੀ, ਪੰਥ ਵਸੇ ਮੈਂ ਉਜੜਾਂ। ਤੇ ਜਦੋਂ ਗੁਰੂ ਪਿਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ ਤੇ ਮਾਲਕ ਦੀਆਂ ਅੱਖਾਂ ਦੇ ਵਿੱਚੋਂ ਇੱਕ ਵੀ ਅਥਰੂ ਨਹੀਂ ਸੀ ਆਇਆ। ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ, ਉਹ ਵੀ ਆਪਾਂ ਇਤਿਹਾਸ ਦੇ ਵਿੱਚ ਪੜ੍ਹਦੇ ਹਾਂ ਕਿ ਭਾਈ ਦਇਆ ਸਿੰਘ ਨੇ ਕਿਹਾ, ਮਾਲਕ ਜੀ ਸਾਹਿਬਜ਼ਾਦਿਆਂ ਤੇ ਖੱਪਣ, ਕਹਿੰਦੇ ਨਹੀਂ ਦਇਆ ਸਿੰਘ, ਜਿਹੜੇ ਦੂਸਰੇ ਸ਼ਹੀਦ ਹੋਏ ਉਹ ਵੀ ਮੇਰੇ ਬੇਟੇ ਨੇ। ਉਦੋਂ ਵੀ ਮਹਾਰਾਜ ਦੀਆਂ ਅੱਖਾਂ ਦੇ ਵਿੱਚ ਅਥਰੂ ਨਹੀਂ ਆਇਆ, ਪਰ ਮੇਰੇ ਖਿਆਲ ਅਨੁਸਾਰ ਅੱਜ ਸ਼ਾਇਦ ਜ਼ਰੂਰ ਮਹਾਰਾਜ ਦੀਆਂ ਅੱਖਾਂ ਦੇ ਵਿੱਚ ਅਥਰੂ ਆਇਆ ਹੋਵੇਗਾ, ਕਿਉਂਕਿ ਸਾਡੇ ਵਾਸਤੇ ਕਲਗੀਧਰ ਪਾਤਸ਼ਾਹ ਨੇ ਆਪਣਾ ਸਰਬੰਸ ਕੁਰਬਾਨ ਕਰਤਾ। ਪੰਥ ਵਸੇ ਮੈਂ ਉਜੜਾਂ। ਤੇ ਅੱਜ ਆਪਾਂ ਸੀਸਾ ਲੈ ਕੇ ਦੇਖੀਏ ਸਵੇਰੇ, ਆਪਾਂ ਕਿੰਨਾ ਕੁ ਉਹਨਾਂ ਮਹਾਰਾਜ ਦੇ ਕਦਮਾਂ ਦੇ ਉੱਤੇ ਜਿਹੜੇ ਚਰਨਾਂ 'ਤੇ ਫੁੱਲ ਚੜਾਉਂਦੇ ਹਾਂ, ਕਿੰਨਾ ਕੁ ਆਪਾਂ ਉਹਨਾਂ ਦੇ ਆਦੇਸ਼ ਮੰਨਦੇ ਹਾਂ। ਜਿੱਥੇ ਨੇਮ ਆ ਉੱਥੇ ਪ੍ਰੇਮ ਨਹੀਂ, ਜਿੱਥੇ ਪ੍ਰੇਮ ਆ ਉੱਥੇ ਨੇਮ ਨਹੀਂ। ਮਾਲਕ ਨੇ ਕਿਹਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਆਪਾਂ ਗੱਲ ਅੰਮ੍ਰਿਤ ਦੀ ਕਰਦੇ ਹਾਂ, ਸੁਰ ਨਰ ਮਨ ਜਨ ਖੋਜਦੇ ਅੰਮ੍ਰਿਤ ਗੁਰ ਤੇ ਪਾਇਆ, ਪਰ ਆਪਾਂ ਨੂੰ ਪਿਆਰੀ ਸਾਧ ਸੰਗਤ ਜੀ ਅਜੇ ਅੰਮ੍ਰਿਤ ਦੀ
दाद का पता ही नहीं अमृत है की। इसे वास्ते मालिक ने कहता ना, अमृत की सारे सोई जाने, जो अमृत का वह पारी जियो। आप व्यापारी बन गए अमृत दे? नहीं, आपन खुद सोचना पवेगा। सन्मान की आ परमात्मा का, माँ प्यो का सन्मान की आ? परमात्मा का जिहड़ा सन्मान प्यारी साध संगत जी बाबे नानक ने किया। आप 2 पाठ कर लेंगे, 4 पाठ कर लेंगे, 10 मंगां अपनियां हो जांदियां, पर सन्मान साहिब श्री गुरु नानक देव जी ने सानू करके दिखाया। आपे हर एक रंग है, आपे बहुरंगी, जो तुध भावे नानका साई गल चंगी। परमात्मा दी रजा दे विच रहना ही परमात्मा दा असली सन्मान है। माँ प्यो का असली सन्मान प्यारी साध संगत जी है। अपने दादे बाबे आपां उन्हां दी सेवा करते हैं, गां अपने बच्चों ने सेवा करनी है। कई मैं अपने माँ बाप की सेवा बड़ी करदा, नहीं। जे सिमरे किल विच सब उतरे, पितरी होए उतारो। असीं अपने मापिਆਂ ਦੇ प्रति किन्ना पाठ, किन्नियां अरदासां, किन्नियां बेनतियां करते हैं। आपां इत्थे किन्ने शरीर बैठे हैं, किन्नियां ने आपां गुरु ग्रंथ साहब के सहज पाठ शुरू किए हैं। बहुत ही चांदरूआं आउणगीਆਂ। सो आपां नूं प्यारी साध संगत जी केवल एक दे नाल जुड़न की लोड़ है। आपां अमृत वेला बनाइए। आपां गुरु साहिबां दे जिहड़ी गुरबाणी है, गुरु ग्रंथ साहब, क्योंकि आई साडे गुरु साहिबां दे हिरदे दे राही है। तुर की बाणी आई, तिन सगली चिंत मिटाई। सो प्यारी साध संगत जी, हथ बन के बेनती है कि जिहड़ी अपनी नवीं पनीरी है, जिथे आपां आप नूं खुद बाणी ते बाणी नाल जुड़ना है, उत्थे आपां अपने बच्चों भी जोड़ना है। क्योंकि आपां अज हाँ, कल नूं आउण वाला जो कल है, वो अपने बच्चों का जिहड़ा भविख है, आपां उस ते निर्भर हाँ। क्योंकि अपने बच्चों ने की सिखाया है, अपना गुरुद्वारिਆਂ ਦੇ ਵਿੱਚ अपना किन्ना योगदान है। सो इस वास्ते आपां अपने बच्चों भी ये जरूर उपराला करना कि आप अपने बच्चों वध तो वध बाणियां ते बाणे दे धारनी होना, इन्हां आपां पूरना ते चलाउणा है। सो बच्चों सो सेवा करत होए निहकामी, तिसको होत प्राप्त स्वामी। निष्काम सेवा गुरु की करनी है। हिरदे दे विच जो अपने गुरां ने आपां नूं रहत मर्यादा दसी है, उहदे नाल ये जो आपां मनुखा देही है जिहड़ी ये सफल करनी है। ताकि क्योंकि जदों सिख अपनी अवस्था दे विच पहुँच जाता है, जदों उस उत्ते मालिक की कृपा हो जाती है, तो उदों राज न चाहूँ मुक्त न चाहूँ, मन प्रीत चरण कमलारे। सो प्यारी साध संगत जी दास दीआं इन्नियां बेनतियां हन। धाਰਨ बारे सानू दस्सिया है कि गुरु तो बगैर गत नहीं, जिन्ना चिर आपां गुरु धारण नहीं करते तो साडी गति नहीं। इस करके भाई साहब जी उन्हों का बहुत बहुत धन्यवाद। बहुत प्यार के नाल इन्हां ने ये बचन किए हैं। मालक मेहर करन असीं इन्हां नूं धारण करिए ते अपने जीवन दे विच अमली जामा पहनाइए ते लोक सुखी परलोक सुहेले होइए। हुण सरदार इकबाल सिंह जी भट्टी जो संगत टीवी वालों फ्रांस तो आए हुए हैं, उन्होंने बेनती है कि 10 मिनट वास्ते आके इत्थे गुरमत की विचार देन। भाई इकबाल सिंह जी भट्टी जो फ्रांस तो संगत टीवी वाले वालों आए हैं, मालक मेहर करन। क्योंकि इन्हों का प्रोग्राम सी सरदार रणजीत सिंह राणा जी, उन्होंने इत्थे आना सी इस प्रोग्राम ते उन्होंने स्पैशल इन्हों भाई इकबाल सिंह जी हुणां नूं इत्थे भेजिया है, तो उन्होंने बेनती है कि वो आके विचार देन। भाई इकबाल सिंह जी भट्टी। गुरु महाराज की हजूरी च बैठी जुड़ बैठी प्यारी साध संगत जी, गज के बुलाओ वाहिगुरू जी का खालसा वाहिगुरू जी की फतेह। जिमें ज्ञानी जी ने तुहानूं दस्सिया ही है
कि मेरा कोई प्रोग्राम नहीं सी इत्थे आउण दा, लेकिन संगत टीवी वालों मेरी ड्यूटी लगी तो मैं तुहाडी सेवा दे विच इत्थे आण हाज़र होया हाँ। सो सब तो पहला इस नवे गुरु घर दी जिहड़ी सरकारी तौर पर तुहानूं इजाज़त मिली है, उस दी आप सब संगत नूं, इत्थों दी मैनेजमेंट कमेटी नूं, सारिआं नूं साडे वल्लों संगत टीवी वल्लों आप नूं लख लख वधाई होवे कि जिन्हां ने एडा वड्डा उपराला करके इस गुरु घर की जो इमारत जो सजाई है तो श्री गुरु ग्रंथ साहब जी का इस घर दे विच प्रकाश किया है। बेशक असी बाहर आके बड़े गुरुद्वारे बना लए हैं। मैं दसदा जावां कि सानू गुरुद्वारियां दी जिहड़ी बहुत ज़्यादा लोड़ है, ये बहुत ज़्यादा जरूरी हैं गुरुद्वारे बनाने, कि गुरुद्वारियां दे विचों ही साडी पहचान बनती है, साडे धर्म की गल हुंदी है, साडी बोली की गल हुंदी है, साडे सभ्याचार की गल हुंदी है। जेकर गुरुद्वारे ना होण तां तुहानूं पता है असीं किहड़े मुल्कां दे विच आके वसे होए हाँ। साडे बच्चे जो इत्थों दे जंमपल हैं, उन्हां नूं इत्थों आके ही सेध मिलती है। सो बेशक जिहड़ियां पुरानियां प्रबंधक कमेटियां हुंदियां हन, जिन्हां दे विचों निकल के असीं नवें गुरुद्वारे उसारदे हाँ, वो खुश नहीं हुंदियां, पर इत्थे आके गुरु नानक दे बोल जिहड़े वो टुकदे हन कि जदों श्री गुरु नानक देव जी पिंडां दे विच हुंदे होए प्रचार करते जांदे सन, तां एक पिंड दे विच जाके वो पिंड वालियां ने उन्हां दी बहुत ज़्यादा जिहड़ी रज के सेवा की, चंगा प्रसाद पानी खुआया, ते जांदे जांदे गुरु नानक जी ने उन्हां नूं जो उपदेश दिता कि तुसी खिल्लर पुल्लर जाओ। उस तो अगले पिंड वालियां ने जदों उन्हां नूं पत्थर मारे तो उन्होंने उत्थे कहा कि तुसी वसदे रसदे रहो। तो भाई मरदाना जी ने उत्थे सवाल किया कि गुरु जी कि जिहड़े सिखां ने तुहाडी इन्नी सेवा की, तुहानू चंगी तुहाडी चहल पहल की, उन्होंने तो तुसी कहा कि खिल्लर पुल्लर जाओ, तो जिन्हां ने तुहानू पत्थर मारे तो उन्होंने कहा कि तुसी वसदे रसदे रहो। ये गल साडे जो सिख धर्म उत्ते बहुत वधिया टुकदी है, गुरु नानक दे बोल हैं। सो जिहड़े चंगे हिरदे वाले लोग होंदे हन, चंगी सेवा भावना वाले लोग होंदे हन, वो हमेशा ही एक जगह तो जाके दूजी जगह तो जाके तीजी जगह वो महक अपनी खिलारते रहंदे हन। सो इहो ही तरीका है कि गुरुद्वारे जिहड़े नवे बनते हैं उन्हां दे विच रहम दिल इंसान, चंगी सोच वाले इंसान जो अपने धर्म की गल करते हैं, जदों उन्हां नूं ओहो जे लोकां कोल मौका नहीं मिलता जिहड़े कि उत्थे महंत बन के बैठ जाते हैं, वो बाहर निकल के जदों इहो जे नवे गुरु घरां की उसारी करते हैं तो उत्थे साध संगत भी आके मन की शांति जिहड़ी वो प्राप्त करती है। जिवें कि अज मैं इस गुरु घर च देख रहा हाँ, मैनू बड़ा मौका मिलता है सारे देशों के विच जाण दा। इंग्लैंड के घट्टो घट्ट 35 गुरुद्वारियां दे विच जाके मैं कुछ शब्द बोल के आया हाँ। जर्मन के ड्यूसबर्ग गुरुद्वारे भी बोलने का मैनू मौका मिलया, फ्रैंकफर्ट भी मिलया, इटली कई गुरुद्वारियां दे विच मैं जा चुका हाँ। सो मैं देखता हाँ जिन्ना प्रेम प्यार सत्कार ते मन की शांति इस गुरु घर दे विच आके मिली है। सवेर तो लैके संगत बड़े आराम नाल बैठ के कीर्तन सरवण कर रही है। जथे ने भी कि अपने बाणी के राही संगतां नूं निहाल किया है। भाई साहब ने गुरबाणी की व्याख्या की है। सो बहुत सारिया होर गल्लां हैं, लेकिन ज्ञानी जी ने टाइम थोड़ा दिता है। सो मैं अपने टाइम की
ਸੀਮਤ ਰੱਖਦਾ ਹੋਇਆ ਹੀ ਗੱਲਾਂ ਕਰਾਂਗਾ। ਸਾਨੂੰ ਇਸ ਟਾਈਮ ਸਿੱਖ ਧਰਮ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਨੂੰ ਬਾਹਰ ਆ ਕੇ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਲੋੜ ਹੈ ਗੁਰਦੁਆਰਿਆਂ ਦੇ ਵਿੱਚ ਗੁਰਮਤਿ ਕੈਂਪਾਂ ਦੀ, ਜਿਹਦੇ ਵਿੱਚ ਮਾਵਾਂ ਜਿਹੜੀਆਂ ਆਪਣਾ ਸਾਰਾ ਰੋਲ ਜਿਹੜਾ ਅਦਾ ਕਰ ਸਕਦੀਆਂ ਹਨ, ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜ ਕੇ ਰੱਖ ਸਕਦੀਆਂ ਹਨ, ਤਾਂ ਕਿ ਜਿਵੇਂ ਇੰਗਲੈਂਡ ਦੇ ਵਿੱਚ ਤੀਜੀ ਚੌਥੀ ਪੀੜ੍ਹੀ ਚੱਲ ਪਈ ਹੈ, ਮੈਂ ਉੱਥੇ ਦੇਖਦਾ ਹਾਂ ਕਿ ਬੱਚੇ ਸਾਡੇ ਕਹਿਣੇ ਤੋਂ ਬਾਹਰ ਹੋ ਚੁੱਕੇ ਹਨ। ਸੋ ਸਾਡੇ ਜਿਹੜੇ ਯੂਰਪ ਦੇ ਮੁਲਕ ਹਨ, ਇਹਦੇ 'ਚ ਸਾਡੀ ਪਹਿਲੀ ਜਾਂ ਦੂਜੀ ਜਨਰੇਸ਼ਨ ਫਿਲਹਾਲ ਚੱਲ ਰਹੀ ਹੈ। ਸੋ ਜੇਕਰ ਅਸੀਂ ਅੱਜ ਵੇਲਾ ਸੰਭਾਲਦੇ ਹਾਂ, ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜ ਕੇ ਰੱਖਦੇ ਹਾਂ, ਸਾਡੇ ਬੱਚੇ ਜਿਹੜੇ ਸਾਡੇ ਕਹਿਣੇ ਦੇ ਵਿੱਚ ਰਹਿਣਗੇ, ਸੱਭਿਆਚਾਰ ਦੇ ਨਾਲ ਜੁੜੇ ਰਹਿਣਗੇ। ਸੋ ਜਿਵੇਂ ਅੱਜ ਦੇਖਿਆ ਹੈ ਕਿ ਨਿੱਕੇ ਨਿੱਕੇ ਬੱਚੇ ਕੀਰਤਨ ਕਰ ਰਹੇ ਹਨ। ਸੋ ਇਹ ਸਭ ਦੇਣ ਹੁੰਦੀ ਆ ਪ੍ਰਬੰਧਕ ਕਮੇਟੀਆਂ ਦੀ ਤੇ ਉਹਨਾਂ ਪਰਿਵਾਰਾਂ ਦੀ ਜਿਹੜੇ ਆਪਣੇ ਪਰਿਵਾਰਾਂ ਨੂੰ ਚੰਗੀ ਸਿਹਤ ਦਿੰਦੇ ਹਨ, ਆਪਣੇ ਧਰਮ ਬਾਰੇ ਦੱਸਦੇ ਹਨ, ਪੰਜਾਬੀ ਪੜ੍ਹਨਾ ਦੱਸਦੇ ਹਨ, ਪੰਜਾਬੀ ਲਿਖਣਾ ਦੱਸਦੇ ਹਨ, ਤਾਂ ਹੀ ਅਸੀਂ ਆਪਣੇ ਵਿਰਸੇ ਦੀ ਜਿਹੜੀ ਉਹ ਸੰਭਾਲ ਕਰ ਸਕਦੇ ਹਾਂ। ਸੋ ਹੋਰ ਬੜੀਆਂ ਗੱਲਾਂ ਹਨ, ਜਿਵੇਂ ਕਿ ਅਮਰੀਕਾ ਦੇ ਵਿੱਚ ਹੁਣ ਹੋਇਆ ਹੈ, ਉੱਥੇ ਘਟਨਾ ਵਾਪਰੀ ਹੈ ਕਿ ਸਿਰਫ ਇਹ ਜਨੂਨੀ ਫੌਜੀ ਨੇ ਆਪਣੇ 6-7 ਸਿੱਖਾਂ ਨੂੰ ਜਿਹੜਾ ਸ਼ਹੀਦ ਕਰ ਦਿੱਤਾ ਗੁਰਦੁਆਰੇ ਦੇ ਅੰਦਰ ਦਾਖਲ ਹੋ ਕੇ। ਸੋ ਕਈ ਕੌਮਾਂ ਹਨ ਜਿਹੜੀਆਂ ਸਾਡੀ ਸਿੱਖੀ ਦੀ ਪਹਿਚਾਣ, ਸਾਡੀ ਆਈਡੈਂਟੀ ਦੀ ਪਛਾਣ ਅਜੇ ਤੱਕ ਨਹੀਂ ਸਮਝ ਸਕੀਆਂ। ਇਹਨਾਂ ਮੁਲਕਾਂ ਦੇ ਵਿੱਚ ਵੀ ਕਈ ਲੋਕ ਜਿਹੜੇ ਵਿਰਲੇ ਵਿਰਲੇ ਸਿੱਖ ਨੂੰ ਦੇਖਦੇ ਹਨ, ਕਈ ਨਾਵਾਂ ਦੇ ਨਾਮ ਉਹਨਾਂ ਨੂੰ ਪੁਕਾਰਦੇ ਹਨ, ਜਿਵੇਂ ਬਿਨ ਲਾਦਨ ਦਾ ਨਾਮ ਦਿੱਤਾ ਜਾਂਦਾ ਹੈ। ਸੋ ਲੋੜ ਹੈ ਪ੍ਰਚਾਰ ਦੀ, ਤੇ ਪ੍ਰਚਾਰ ਜਿਹੜਾ ਉਹ ਗੁਰਦੁਆਰਿਆਂ ਦੇ ਵਿੱਚੋਂ ਹੀ ਹੁੰਦਾ ਹੈ। ਸ਼੍ਰੋਮਣੀ ਕਮੇਟੀ ਉੱਥੇ ਜਿਹੜੀ ਸਾਡੀ ਸਿਰਮੌਰ ਸੰਸਥਾ ਹੈ, ਉਹਦੇ ਵੀ ਫਰਜ਼ ਬਣਦੇ ਹਨ ਧਰਮ ਦਾ ਪ੍ਰਚਾਰ ਕਰੇ। ਡਾਕੂਮੈਂਟਰੀਆਂ ਦੇ ਰਾਹੀਂ ਪੈਂਫਲੇਟ ਵੱਟ ਕੇ, ਜਿਵੇਂ ਕਿ ਇਕੱਲੇ ਪੰਜਾਬੀ ਦੇ ਵਿੱਚ ਨਹੀਂ, ਹੋਰਨਾਂ ਭਾਸ਼ਾਵਾਂ ਦੇ ਵਿੱਚ ਵੀ ਅਸੀਂ ਜਿਹੜੇ ਪੈਂਫਲੇਟ ਛਪਾ ਕੇ ਉਹ ਵੰਡੀਏ, ਆਪਣੇ ਧਰਮ ਦੇ ਬਾਰੇ ਦੱਸੀਏ, ਤੇ ਤਾਂ ਕਿ ਕੌਮਾਂ ਵੀ ਜਾਗਰਤ ਹੋਣ, ਉਹਨਾਂ ਨੂੰ ਵੀ ਪਤਾ ਲੱਗੇ ਕਿ ਅਸੀਂ ਕੀ ਹਾਂ, ਸਾਡਾ ਸਿੱਖ ਧਰਮ ਕੀ ਹੈ। ਸਾਡਾ ਸਿੱਖ ਧਰਮ ਹੈ ਚਾਨਣ ਦਾ ਮਨਾਰਾ, ਤੇ ਚਾਨਣ ਦੇ ਮਨਾਰੇ ਨੂੰ ਅਸੀਂ ਜਿਹੜਾ ਉਹ ਕਾਇਮ ਰੱਖਣਾ ਹੈ। ਸੋ ਇਸ ਤੋਂ ਬਾਅਦ ਮੈਂ ਜਾਵਾਂ ਕਿ ਜਿਵੇਂ ਦਸਤਾਰ ਦੀ ਸਮੱਸਿਆ ਹੈ, ਫਰਾਂਸ ਦੇ ਵਿੱਚੋਂ ਇਹ ਸ਼ੁਰੂ ਹੋਈ ਸੀ, ਤੇ ਦਾਸ ਜਿਹੜੀ ਉੱਥੇ ਕਮੇਟੀ ਬਣੀ ਉਹਦਾ ਜਨਰਲ ਸੈਕਟਰੀ ਹੈ। ਇਸੇ ਕਰਕੇ ਹੀ ਮੈਂ ਸਾਰੇ ਮੁਲਕਾਂ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਹਾਂ। ਇੰਡੀਆ ਜਾ ਕੇ ਅਸੀਂ ਪ੍ਰਧਾਨ ਮੰਤਰੀ ਨੂੰ ਮਿਲੇ, ਸੋਨੀਆ ਗਾਂਧੀ ਨੂੰ ਮਿਲੇ। ਮੇਰਾ ਖਿਆਲ ਕੋਈ ਅਜਿਹਾ ਲੀਡਰ ਅਸੀਂ ਨਹੀਂ ਛੱਡਿਆ ਜਿਹਨੂੰ ਅਸੀਂ ਨਹੀਂ ਮਿਲੇ। ਜੇਕਰ ਉਸ ਟਾਈਮ ਇੰਡੀਆ ਦੀ ਜਿਹੜੀ ਸਰਕਾਰ ਹੈ, ਉਹ ਚਾਹੇ ਕੋਈ ਵੀ ਹੋਵੇ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਚਾਹੇ ਅਕਾਲੀ ਹੋਣ, ਚਾਹੇ ਕਾਂਗਰਸੀ ਹੋਣ, ਭਾਰਤੀ ਜਨਤਾ ਪਾਰਟੀ ਹੋਣ ਜਾਂ ਕਮਿਊਨਿਸਟ ਹੋਣ, ਕੋਈ ਵੀ ਹੋਵੇ, ਕੋਈ ਵੀ ਸਾਫ਼ ਦਿਲ ਸਰਕਾਰ ਨਹੀਂ ਮਿਲੀ ਜਿਹਨੇ ਕਿ ਸਾਡੇ ਬਾਰੇ ਸੋਚਿਆ ਹੋਵੇ। ਜੇਕਰ ਉੱਥੋਂ ਦੀ ਸਰਕਾਰ ਆਪਣੇ ਸਾਡੇ ਸ਼ਹਿਰੀਆਂ ਦਾ, ਕਿਉਂਕਿ ਅਸੀਂ ਭਾਰਤ ਦੇ ਸ਼ਹਿਰੀ ਪਹਿਲਾਂ ਹਾਂ, ਵਿਦੇਸ਼ੀ ਬਾਅਦ ਵਿੱਚ ਹਾਂ, ਜੇਕਰ ਉਹ ਸਾਡਾ ਚੰਗੀ ਤਰ੍ਹਾਂ ਸਾਡੀ ਪਹਿਚਾਣ ਇਹਨਾਂ ਮੁਲਕਾਂ ਦੇ ਵਿੱਚ ਕਰਾਉਣ, ਉਹ ਜਿਹੜੀ ਸ਼੍ਰੋਮਣੀ ਕਮੇਟੀ ਆ ਉਹ ਪ੍ਰਚਾਰ ਕਰੇ, ਤੇ ਮੇਰਾ ਖਿਆਲ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ। ਤੇ ਦੂਜੀ ਗੱਲ ਕਿ ਜਦੋਂ ਉੱਥੇ 5-6 ਸਿੱਖ ਅਮਰੀਕਾ ਦੇ ਵਿੱਚ ਮਾਰੇ ਗਏ, ਤੇ ਅਮਰੀਕਨ ਸਰਕਾਰ ਨੇ ਸੋਗ ਦੇ ਵਿੱਚ ਆ ਕੇ ਸਾਡਾ ਦੁੱਖ ਤੇ ਦਰਦ ਸਮਝ ਕੇ, ਸਾਨੂੰ ਆਪਣੇ ਸ਼ਹਿਰੀ ਸਮਝ ਕੇ, ਕਿਉਂਕਿ ਅਸੀਂ ਅਮਰੀਕਾ ਦੇ ਵਿੱਚ ਵਸੇ ਹੋਏ, ਉਹਨਾਂ ਨੇ ਆਪਣੇ ਸ਼ਹਿਰੀ ਸਮਝ ਕੇ, ਆਪਣੇ ਸਿਟੀਜ਼ਨ ਸਮਝ ਕੇ, ਉਹਨਾਂ ਦੇ ਦੁੱਖ ਵਿੱਚ ਸ਼ਰੀਕ ਹੋ ਕੇ ਆਪਣੇ ਜਿਹੜੇ ਕੌਮੀ ਝੰਡਾ ਸੀ ਉਹਨੂੰ ਵੀ ਝੁਕਾ ਦਿੱਤਾ, ਕਿਉਂਕਿ ਉਹਨਾਂ ਨੂੰ ਦੁੱਖ ਸੀ। ਲੇਕਿਨ ਦੂਜੇ ਪਾਸੇ ਭਾਰਤ ਦੇ ਵਿੱਚ 100 ਨਹੀਂ, ਸੈਂਕੜੇ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਦੇ ਹਿਸਾਬ ਨਾਲ ਜਿਹੜੇ 84 ਦੇ ਦੰਗੇ ਹੋਏ, ਫਿਰਕੂ ਫਸਾਦ ਹੋਏ, ਜਾਂ ਹੋਰ ਘਟਨਾਵਾਂ ਵਾਪਰੀਆਂ, ਸਾਡੇ ਅਨੇਕਾਂ ਵੀਰ ਜਿਹੜੇ ਉੱਥੇ ਮਾਰੇ ਗਏ। ਲੇਕਿਨ ਸਾਡੀ ਭਾਰਤ ਸਰਕਾਰ ਨੇ ਸਾਡੇ ਸਿੱਖਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਵੀ ਨਾ ਮਾਰਿਆ। ਲੇਕਿਨ ਸਦਕੇ ਜਾਈਏ ਉਸ ਗੌਰਮੈਂਟ ਦੇ ਕਿ ਜਿਸ ਟਾਈਮ ਅਮਰੀਕਾ ਦੇ ਵਿੱਚ ਇਹ ਸਾਕਾ ਵਾਪਰਿਆ ਤੇ ਸਭ ਪਾਸੇ ਹਾਹਾਕਾਰ ਮਚ ਗਈ, ਹਰ ਇੱਕ ਨੇ ਉਸ ਗੱਲ ਦੀ ਨਿਖੇਧੀ ਕੀਤੀ, ਸਾਰਿਆਂ ਨੇ ਮੰਗ ਕੀਤੀ ਕਿ ਸਿੱਖਾਂ ਨੂੰ ਇਨਸਾਫ ਦਿੱਤਾ ਜਾਵੇ। ਅਮਰੀਕਨ ਸਰਕਾਰ ਨੇ ਅੱਗੇ ਹੋ ਕੇ ਉਹਨਾਂ ਦੇ ਜਿਸ ਦਿਨ ਸੰਸਕਾਰ ਹੋਏ, ਸੰਸਕਾਰ ਦੇ ਉੱਪਰ ਪਹੁੰਚ ਕੇ ਵੀ ਆਪਣੀ ਹਾਜ਼ਰੀ ਲਗਵਾਈ। ਉੱਥੋਂ ਦੇ ਜਿਹੜੇ ਅਧਿਕਾਰੀ ਸਨ, ਸਰਕਾਰੀ ਅਧਿਕਾਰੀ, ਆਪਣੇ ਝੰਡੇ ਵੀ ਝੁਕਾ ਦਿੱਤੇ। ਲੇਕਿਨ ਜਿਵੇਂ ਮੈਂ ਤੁਹਾਨੂੰ ਕਿਹਾ, ਸਦਕੇ ਜਾਈਏ ਭਾਰਤ ਸਰਕਾਰ ਦੇ, ਕਿ ਉਹਨਾਂ ਨੇ ਕੀ ਕੀਤਾ ਕਿ ਅਸੀਂ ਪਿੱਛੇ ਨਾ ਰਹਿ ਜਾਈਏ, ਅਸੀਂ ਨਿਖੇਧੀ ਕਰਨ ਦੇ ਵਿੱਚ। ਉਹਨਾਂ ਨੇ ਉਸੇ ਟਾਈਮ ਜੀ ਮੰਗ ਕੀਤੀ ਕਿ ਅਮਰੀਕਨ ਸਰਕਾਰ ਨੂੰ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ ਚਾਹੀਦੀਆਂ ਨੇ। ਬੜੀ ਵਧੀਆ ਗੱਲ ਹੈ, ਖੁਸ਼ੀ ਦੀ ਗੱਲ ਹੈ ਕਿ ਸਾਡੇ ਹੱਕ ਦੇ ਵਿੱਚ ਉਹ ਆਵਾਜ਼ ਉਠਾਉਂਦੇ ਨੇ, ਉਹਨਾਂ ਦਾ ਫਰਜ਼ ਵੀ ਬਣਦਾ ਹੈ, ਕਿਉਂਕਿ ਅਸੀਂ ਭਾਰਤ ਦੇ ਸ਼ਹਿਰੀ ਹਾਂ। ਲੇਕਿਨ ਦੂਜੇ ਪਾਸੇ ਦੇਖੀਏ, ਉਹਨਾਂ ਕੋਲੋਂ ਤਾਂ ਅਸੀਂ ਇਨਸਾਫ ਮੰਗਦੇ ਹਾਂ, ਲੇਕਿਨ ਆਪ ਇਨਸਾਫ ਦੇ ਨਹੀਂ ਸਕਦੇ।
ਹਜ਼ਾਰਾਂ ਸਿੱਖਾਂ ਦੀਆਂ ਜਾਨਾਂ ਅੰਜਾਈ ਗਈਆਂ। ਅੱਜ ਸਾਡੀਆਂ ਮਾਵਾਂ ਜਿਹੜੀਆਂ ਨੇ ਉਹ ਅੰਨੀਆਂ ਹੋ ਗਈਆਂ ਰੋ ਰੋ ਕੇ। ਜਿਹੜੀ ਤੀਜੀ ਚੌਥੀ ਪੀੜ੍ਹੀ ਹੈ ਉਹਨਾਂ ਨੂੰ ਚੰਗੀ ਪੜ੍ਹਾਈ ਨਹੀਂ ਮਿਲੀ, ਉਹ ਬੱਚੇ ਰੁਲਦੇ ਪਏ ਨੇ। ਉਹਨਾਂ ਦੇ ਹੱਕ ਦੇ ਵਿੱਚ ਤਾਂ ਅਸੀਂ ਹਾਂ ਦਾ ਨਾਅਰਾ ਨਹੀਂ ਮਾਰ ਸਕਦੇ। ਅਸੀਂ ਆਪ ਜੋ ਮਰਜ਼ੀ ਕਰ ਲਈਏ, ਲੇਕਿਨ ਜਦੋਂ ਬਾਹਰ ਦੀਆਂ ਸਰਕਾਰਾਂ ਦੇ ਵਿੱਚ ਇਹੋ ਜਿਹਾ ਕੁਝ ਹੁੰਦਾ ਹੈ ਤਾਂ ਸਾਡੀ ਸਰਕਾਰ ਬੜੀ ਜਲਦੀ ਕਹਿੰਦੀ ਜੀ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦੇਵੋ। ਇਹ ਫਰਕ ਜਿਹੜਾ ਹੈ ਇਹ ਸਾਨੂੰ ਮਿਟਾਉਣਾ ਪਵੇਗਾ। ਮਿਟਣਾ ਉਦੋਂ ਹੀ ਹੈ ਕਿ ਜਦੋਂ ਅਸੀਂ ਆਪ ਇਕੱਠੇ ਹੋ ਕੇ ਇਹੋ ਜਿਹੇ ਗੁਰਦੁਆਰਿਆਂ ਦਾ ਮੁੱਢ ਬੰਨ੍ਹ ਕੇ ਇੱਥੋਂ ਧਰਮ ਦੀ ਜਿਹੜੀ ਅਸੀਂ ਉਹ ਗੱਲ ਚਲਾਈਏ, ਇੱਥੋਂ ਸਿੱਖੀ ਦਾ ਪ੍ਰਚਾਰ ਕਰੀਏ, ਤਾਂ ਹੀ ਅਸੀਂ ਆਪਣੇ ਗੱਲ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਇਕਬਾਲ ਸਿੰਘ ਜੀ ਪੱਟੀ, ਜਿਨ੍ਹਾਂ ਦੇ ਵਿੱਚ ਬਹੁਤ ਗੁਣ ਹੈ, ਜਿਨ੍ਹਾਂ ਨੇ ਸਮਾਜ ਦੀ ਸੇਵਾ, ਦੇਸ਼ ਦੀ ਸੇਵਾ, ਦਸਤਾਰ ਵਾਲਿਆਂ ਦੇ ਨਾਲ ਹੋ ਕੇ ਇੰਨੀ ਸੇਵਾ ਕੀਤੀ ਹੈ। ਮਾਲਕ ਮਿਹਰ ਕਰਨ। ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਹੈ ਇਸੇ ਤਰ੍ਹਾਂ ਹੀ ਇਹ ਮਨੁੱਖਤਾ ਦੀ ਸੇਵਾ, ਦੇਸ਼ ਕੌਮ ਦੀ ਸੇਵਾ ਕਰਦੇ ਰਹਿਣ ਤੇ ਮਾਲਕ ਮਿਹਰ ਕਰਨ। ਇਹ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਹੁਣ ਭਾਈ ਰਾਜਵੀਰ ਸਿੰਘ ਜੀ ਜੋ ਇਹ ਸਾਹਮਣੇ ਜਿਹੜੇ ਆਏ ਹਨ ਸੰਗਤ ਕੀ ਵਿਵਾਦ, ਜਿਨ੍ਹਾਂ ਨੇ ਇਹ ਸਾਰੀ ਫਿਲਮ ਬਣਾਈ ਹੈ, ਉਹਨਾਂ ਨੂੰ ਬੇਨਤੀ ਹੈ ਕਿ ਉਹ 2-4 ਮਿੰਟ ਵਾਸਤੇ ਆ ਕੇ ਆਪਣੇ ਵਿਚਾਰ ਰੱਖਣ। ਭਾਈ ਰਾਜਵੀਰ ਸਿੰਘ ਜੀ। जो बात दुआ से बन ना सके वो बात दुआ से होती है। जब मुर्शिद कामिल मिलता है फिर बात खुदा से होती है। मुर्शिद कामिल वालिए दो जहान धन धन साहिब श्री गुरु ग्रंथ साहिब जी दी पावन गोद विच जुड़ बैठे खालसा जीओ, फतेह दर प्रवान होवे जी। वाहिगुरु जी का खालसा, वाहिगुरु जी की फतेह। जर्मन दे प्यारे सिखो, अज खुशी का मौका है। आप जी ने एडी शानदार बिल्डिंग जो तैयार की है, सतगुरां का प्रकाश होया है। संगत टीवी दे ते आप दे सारे प्रोग्राम की कवरिंग हुई है, पर आपने फतेह बड़ी ढिली बुलाई है। एक बारी फिर खिचल करो, गज के बुलाओ वाहिगुरु जी का खालसा, वाहिगुरु जी की फतेह। हुण ठीक है। मैं अपने वालों ते अपनी सारी संगत टीवी की मैनेजमेंट टीम वालों आप जी नूं वधाई पेश करदा हाँ। प्रवान करियो, क्योंकि आप जी ने अपने दसानों की मेहनत के नाल ये जो आलीशान गुरु घर तैयार किया है, ये बहुत ही शलाघायोग कदम है। पर इस दे नाल ही मैं एक आप संगतां दे चरनां विच बेनती करांगा ते प्रबंधकां नूं भी बेनती करांगा कि जिहड़े स्कूलों दे विचों बच्चों के रिजल्ट चंगे ना आउण, समय दीयां हुकूमतां, समय दीयां गौरमेंटां उन्हां दे लाइसेंस कैंसल कर दिंदियां ने। ये गुरु घर बनाए तां ही शोभा देणगे, तां ही सोहणे लगणगे जे इन्हां दे विचों असीं सिੱਖੀ ਦਾ प्रचार कर सकीए। चंगे वधिया गुरसिख, चंगे वधिया प्रचारक तैयार कर सकीए। मैनूं बड़ी ही खुशी हुई जदों सवेरे छोटे छोटे बच्चों ने कीर्तन किया, साड़ियां कुछ भैणां ने कीर्तन किया। आप इस गल्लों भी वधाई दे पात्र हो कि इन्हां मुल्कां दे विच रहिंदे होए भी अपने बच्चों नूं सिੱਖੀ दे नाल जोड़ रहे हो, गुरु घरां दे नाल जोड़ रहे हो। आप जी दे कोल जो गुरु घर दे हैड ग्रंथी ने, बड़े विद्वान सज्जन ने, बड़े प्यार वाले सज्जन ने। आप कोशिश करया करो अपने बच्चों नूं वध तों वध इत्थे भेज के गुरमत दी विद्या सिखाओ, कैंप लाया करो तां जो साडे बच्चे इन्हां बनाईआं होईआं बिल्डिंगां दा योग फायदा लै सकन। आप जी ने वेख्या है कि पहले समयां दे विच इन्हां मुल्कां दे विच बहुत ही आलीशान चर्चां बणीआं सन। उस समय की मंग सी, लेकिन अजकल की इन्हां दी नौजवान पीढ़ी उन्हां चर्चां विच नहीं जाती ते वो चर्चां अजकल विकणे लगियां ने।
ਕਿਤੇ ਇਹੋ ਜਿਹਾ ਮਾੜਾ ਸਮਾਂ ਸਾਡੇ ਤੇ ਨਾ ਆ ਜਾਵੇ। ਇਸ ਕਰਕੇ ਜੇ ਸਾਡੇ ਗੁਰਸਿੱਖ ਬੱਚੇ ਇਹਨਾਂ ਗੁਰੂ ਘਰਾਂ 'ਚ ਆਉਣ ਦੇ ਚਾਹਵਾਨ ਹੋਣਗੇ, ਇਹ ਬਿਲਡਿੰਗਾਂ ਤਾਂ ਹੀ ਸ਼ੋਭਾ ਦੇਣਗੀਆਂ। ਇੱਕ ਮੈਂ ਛੋਟੀ ਜੀ ਗੁਜ਼ਾਰਿਸ਼ ਕਰਨੀ ਆਪਣੇ ਭੈਣਾਂ ਦੇ ਚਰਨਾਂ ਦੇ ਵਿੱਚ, ਸਤਿਗੁਰ ਕਰੇ ਆਪ ਦੇ ਬੱਚੇ, ਆਪ ਦੇ ਪੁੱਤਰ ਸ੍ਰਿਸ਼ਟੀ ਦਾ ਰਾਜ ਭਾਗ ਮੰਨਣ, ਤਰੱਕੀਆਂ ਕਰਨ, ਪਰ ਜਦੋਂ ਵੀ ਭੈਣਾਂ ਦੇ ਘਰ ਧੀ ਪੁੱਤਰ ਜਨਮ ਲੈਂਦਾ ਹੈ ਉਹਨਾਂ ਦੇ ਨਾਂ ਥੋੜੇ ਜਿਹੇ ਚੜ੍ਹਦੀ ਕਲਾ ਵਾਲੇ ਰੱਖਿਆ ਕਰੋ। ਮੈਂ ਇੱਕ ਦੋ ਫਰਜ਼ੀ ਨਾਂ ਲੈਣ ਲੱਗਾ, ਮੇਰਾ ਗੁੱਸਾ ਨਾ ਕਰਿਓ। ਗੁਰਸਿੱਖ ਭੈਣੋ, ਗੁਰਸਿੱਖ ਬੀਬੀਓ, ਜਿਹੜੇ ਅੱਜ ਕੱਲ੍ਹ ਅਸੀਂ ਮਾਡਰਨ ਨਾਵਾਂ ਦੇ ਵਿੱਚ ਪੈ ਗਏ ਆ, ਸੈਂਟੀ, ਟੀਟੂ, ਮੀਟੂ, ਸੈਂਟੀ, ਇਹ ਸਾਡੇ ਗੁਰਸਿੱਖਾਂ ਵਾਲੇ ਨਾਂ ਨਹੀਂ ਗੇ। ਆਪ ਦੇ ਵਿੱਚੋਂ ਹੀ ਆਪ ਦੇ ਕਿਸੇ ਧੀ ਨੇ, ਕਿਸੇ ਪੁੱਤਰ ਨੇ ਅਕਾਲ ਤਖਤ ਦਾ ਜਹੇਦਾਰ ਬਣਨਾ ਹੈ, ਪ੍ਰਧਾਨ ਮੰਤਰੀ ਬਣਨਾ ਹੈ। ਜਦੋਂ ਕਿਸੇ ਨੂੰ ਪਤਾ ਲੱਗੇਗਾ ਕਿ ਸੈਂਟੀ ਅਕਾਲ ਤਖਤ ਦਾ ਜਹੇਦਾਰ ਬਣਿਆ ਤਾਂ ਉਹਦਾ ਪ੍ਰਭਾਵ ਨਹੀਂ ਪੈਣਾ। ਇਸ ਕਰਕੇ ਕਦੀ ਤੁਸੀਂ ਮੁਸਲਮਾਨ ਦਾ ਨਾਂ ਨਹੀਂ ਸੁਣਿਆ ਹੋਏਗਾ, ਬਹਾਦਰ ਸਿੰਘ ਜਾਂ ਕਰਨੈਲ ਸਿੰਘ। ਸਿਰਫ ਅਸੀਂ ਹੀ ਆਪਣੇ ਹੋਰਨਾਂ ਧਰਮਾਂ ਦੇ ਨਾਂ ਅਡੋਪਟ ਕਰ ਰਹੇ ਹਾਂ। ਜਦੋਂ ਕਿਤੇ ਕਿਸੇ ਘਰ ਦੇ ਵਿੱਚ ਪਤਾ ਲੱਗੇ ਕਿ ਸਰਦਾਰ ਚੜ੍ਹਤ ਸਿੰਘ ਹੁਣੀ ਆ ਰਹੇ ਆ, ਤੇ ਬੀਬੀਆਂ ਸਤਿਕਾਰ ਦੇ ਵਿੱਚ ਹੀ ਸਿਰ ਤੇ ਚੁੰਨੀ ਲੈ ਰਹਿੰਦੀਆਂ ਨੇ। ਜਦੋਂ ਪਤਾ ਲੱਗੇ ਸੈਂਟੀ ਆਇਆ, ਫਿਰ ਤੇ ਭਾਵੇਂ ਜਿਹੜੀ ਸਿਰ ਤੇ ਉਹ ਵੀ ਲਾ ਦਿੰਦੀਆਂ ਨੇ। ਇਸ ਕਰਕੇ ਗੁੱਸਾ ਨਾ ਕਰਿਓ, ਇਹ ਪਹਿਲਾਂ ਸ਼ੁਰੂਆਤ ਹੈ ਕਿ ਜਦੋਂ ਵੀ ਧੀ ਪੁੱਤਰ ਆਪ ਦੇ ਘਰ ਜਨਮ ਲਵੇ ਤੇ ਨਾਂ ਗੁਰਮਤ ਦੇ ਅਨੁਸਾਰ ਰੱਖਿਆ ਕਰੋ, ਤਾਂ ਜੋ ਕੋਈ ਪਤਾ ਨਹੀਂ ਆਪ ਦਾ ਪੁੱਤਰ ਕਿਹੜੇ ਮੁਲਕ ਦਾ ਪ੍ਰਧਾਨ ਮੰਤਰੀ ਬਣੇਗਾ ਜਾਂ ਕਿਹੜੇ ਤਖਤ ਦਾ ਜਹੇਦਾਰ ਬਣੇਗਾ। ਤੇ ਜਦੋਂ ਜਹੇਦਾਰ ਬਣੇਗਾ ਤੇ ਚੰਗੇ ਨਾਂ ਦੀ ਬੜੀ ਕਦਰ ਪੈਂਦੀ ਹੈ, ਚੰਗੇ ਨਾਵਾਂ ਦਾ ਬੜਾ ਪ੍ਰਭਾਵ ਹੁੰਦਾ ਹੈ। ਇਹ ਮੇਰੀ ਬੇਨਤੀ ਪ੍ਰਵਾਨ ਕਰਿਓ, ਗੁੱਸਾ ਨਾ ਕਰਿਓ ਇਸ ਗੱਲ ਦਾ। ਇਸ ਦੇ ਨਾਲ ਹੀ ਆਪ ਦੇ ਮੁਲਕ ਦੇ ਵਿੱਚ ਆਪ ਦੇ ਸੱਦੇ ਤੇ ਸੰਗਤ ਟੀਵੀ ਦੀ ਟੀਮ ਆਈ ਹੈ। ਇਹ ਜੋ ਮੀਡੀਆ ਸਾਨੂੰ ਮਿਲੇ ਨੇ, ਸਮੇਂ ਦੀ ਜ਼ਰੂਰਤ ਹੈ, ਸਮੇਂ ਦੀ ਮੰਗ ਹੈ, ਕਿਉਂਕਿ ਜੋ ਵੀ ਸਾਡੇ ਦੇਸ਼ ਵਿੱਚ ਜਾਂ ਵਿਦੇਸ਼ ਵਿੱਚ ਸਿੱਖਾਂ ਨਾਲ ਘਟਨਾ ਹੁੰਦੀ ਹੈ ਉਹਨੂੰ ਸਾਡੇ ਤੱਕ ਇਹ ਪਹੁੰਚਾਉਂਦੇ ਹਨ। ਜਿਸ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਗੋਲੀ ਕਾਂਡ ਹੋਇਆ, ਸਾਡਾ ਛੋਟਾ ਵੀਰ ਜਸਪਾਲ ਸਿੰਘ ਸ਼ਹੀਦ ਹੋਇਆ, ਉਹ ਵੀ ਆਪ ਤੱਕ ਖਬਰ ਪਹੁੰਚਾਈ। ਅਮਰੀਕਾ ਵਿੱਚ ਜੋ ਕਾਂਡ ਹੋਇਆ ਉਹਦੀ ਵੀ ਖਬਰ ਪਹੁੰਚਾਈ। ਇਸ ਕਰਕੇ ਆਪਣੇ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਇਹਨਾਂ ਟੀਵੀ ਚੈਨਲਾਂ ਦਾ ਵੀ ਸਾਥ ਦਿਆ ਕਰੋ, ਮਾਇਆ ਦੇ ਪੱਖੋਂ ਸਹਿਯੋਗ ਦਿਆ ਕਰੋ। ਇਸ ਦੇ ਨਾਲ ਹੀ ਇੰਨੇ ਕੀ ਵਿਚਾਰਾਂ ਕਰਦਾ ਮੈਂ ਆਪ ਜੀ ਤੋਂ ਦੋਵੇਂ ਹੱਥ ਜੋੜ ਕੇ ਖਿਮਾ ਦੀ ਜਾਚਨਾ ਕਰਦਾ ਹਾਂ ਕਿ ਬੋਲਦਿਆਂ ਕੁਝ ਯੋਗ ਜਾਂ ਅਯੋਗ ਸ਼ਬਦ ਬੋਲਿਆ ਗਿਆ ਹੋਏ ਤੇ ਮੈਨੂੰ ਮਾਫ ਕਰਨਾ ਜੀ। ਗੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਰਾਜਵੀਰ ਸਿੰਘ ਜੀ, ਜਿਨ੍ਹਾਂ ਨੇ ਬਹੁਤ ਪਿਆਰ ਦੇ ਨਾਲ ਗੁਰਮਤਿ ਦੇ ਵਿਚਾਰ ਦੱਸੇ ਹਨ ਅਤੇ ਸੰਗਤ ਟੀਵੀ ਦਾ ਦੱਸਿਆ ਹੈ ਕਿ ਇਹ ਸਾਰੀ ਸਿੱਖ ਕਮਿਊਨਿਟੀ ਦੀ ਨਹੀਂ, ਹਰ ਇੱਕ ਦੀ ਸੇਵਾ ਕਰ ਰਿਹਾ ਹੈ, ਇਨਸਾਨਾਂ ਦੀ ਸੇਵਾ ਕਰ ਰਿਹਾ ਹੈ। ਇਸ ਕਰਕੇ ਆਪਾਂ ਸਾਰਿਆਂ ਨੂੰ ਚਾਹੀਦਾ ਹੈ ਕਿ ਸੰਗਤ ਟੀਵੀ ਦੀ ਵੱਧ ਤੋਂ ਵੱਧ ਮਦਦ ਕਰਨੀ। ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਸ਼ਬਦ ਪ੍ਰਕਾਸ਼ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਟੀਵੀ ਵਾਸਤੇ 1000 €, ਇਹਨਾਂ ਦੀ ਸੇਵਾ ਵਾਸਤੇ ਦਿੱਤਾ ਜਾਂਦਾ ਹੈ। ਬੋਲੇ ਸੋ ਨਿਹਾਲ। ਪਾਤਸ਼ਾਹ ਮਿਹਰ ਕਰਨ, ਚੜ੍ਹਦੀ ਕਲਾ ਕਰਨ ਤੇ ਇਹ ਜੋ ਸਿੱਖ ਕੌਮ ਦੀ ਸੰਗਤਾਂ ਦੀ ਸੇਵਾ ਕਰ ਰਹੇ ਹਨ, ਇਸੇ ਤਰ੍ਹਾਂ ਹੀ ਸੰਗਤ ਟੀਵੀ ਸੇਵਾ ਕਰਨ ਤੇ ਮਾਲਕ ਮਿਹਰਾਂ ਕਰਨ। ਹੁਣ ਭਾਈ ਜਗਦੀਸ਼ ਸਿੰਘ ਜੀ ਆਖਣ ਤੋਂ ਜੋ ਗੁਰੂ ਘਰ ਵੱਲੋਂ ਆਏ ਹਨ, ਉਹਨਾਂ ਨੂੰ ਬੇਨਤੀ ਹੈ ਕਿ 2 ਮਿੰਟ ਵਾਸਤੇ ਆ ਕੇ ਆਪਣੇ ਵਿਚਾਰ ਰੱਖਣ। ਇਸ ਤੋਂ ਬਾਅਦ ਆਪਾਂ ਅਰਦਾਸ ਵਿੱਚ ਜੁੜਨਾ ਹੈ ਤੇ ਆਪ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨਾ। ਹੁਣ ਭਾਈ ਜਗਦੀਸ਼ ਸਿੰਘ ਨੂੰ ਬੇਨਤੀ ਹੈ ਕਿ ਉਹ 2 ਮਿੰਟ ਵਾਸਤੇ। ਗੁਰੂ ਰੂਪ परम प्यारी साध संगत जीओ, आओ फतेह जाइए। वाहिगुरू जी का खालसा, वाहिगुरू जी की फतेह। मेरे तो पहला पट्टी साहब, राजवीर जी ते हरी सिंह जी ने आप जी नाल बहुत ही
ਡੂੰਘੀਆਂ ਵਿਚਾਰਾਂ ਰੱਖੀਆਂ ਹਨ। ਇਹਨਾਂ ਵਿਚਾਰਾਂ ਨੂੰ ਆਪ ਜੀ ਨੇ ਸੁਣਿਆ, ਇਹਨਾਂ ਦੇ ਉੱਤੇ ਅਮਲ ਵੀ ਬਹੁਤ ਜ਼ਰੂਰੀ ਹੈ। ਮੈਂ ਹਮੇਸ਼ਾ ਜਿਸ ਵੀ ਸਟੇਜ 'ਤੇ ਜਾਂਦਾ ਹਾਂ, ਮੈਂ ਦੋ ਚੀਜ਼ਾਂ ਦੇ ਉੱਤੇ ਬਹੁਤ ਜ਼ੋਰ ਦਿੰਦਾ ਹਾਂ, ਆਪਣੀਆਂ ਮਾਤਾਵਾਂ ਨੂੰ ਤੇ ਆਪਣੀਆਂ ਭੈਣਾਂ ਨੂੰ ਮੈਂ ਹਮੇਸ਼ਾ ਬੇਨਤੀ ਕਰਦਾ ਹਾਂ, ਮੇਰੀਆਂ ਮਾਤਾਵੋ ਤੇ ਮੇਰੀਆਂ ਭੈਣੋ, ਤੁਹਾਡੀ ਗੋਦ ਦੇ ਵਿੱਚ ਜੋ ਬੱਚੇ ਲੋਰੀਆਂ ਲੈਂਦੇ ਹਨ, ਇਹਨਾਂ ਨੂੰ ਐਸੀਆਂ ਲੋਰੀਆਂ ਦਿਓ, ਗੁਰਸਿੱਖੀ ਦੀਆਂ ਸਿੱਖਿਆਵਾਂ ਦਿਓ, ਪੰਜਾਬੀ ਬਾਰੇ ਦੱਸੋ ਤੇ ਇੱਦਾਂ ਦੀਆਂ ਗੁਰੂ ਇਤਿਹਾਸ ਦੀਆਂ ਲੋਰੀਆਂ ਦਿਓ। ਪੰਥ ਤਾਂ ਹੀ ਰਹੇਗਾ ਜੇ ਅਸੀਂ ਆਪਣੇ ਬੱਚਿਆਂ ਨੂੰ ਊੜੇ ਦੇ ਨਾਲ ਜੋੜਾਂਗੇ, ਭਾਵ ਕਿ ਪੰਜਾਬੀ ਪੜ੍ਹਨੀ ਲਿਖਣੀ ਸਿਖਾਵਾਂਗੇ। ਇਹ ਗ੍ਰੰਥ ਅਸੀਂ ਪੜ੍ਹਨਾ ਹੈ, ਬੱਚਿਆਂ ਨੂੰ ਪੜ੍ਹਾਉਣਾ ਹੈ। ਇਹ ਬੱਚੇ ਤਾਂ ਹੀ ਪੜ੍ਹ ਸਕਣਗੇ ਜੇਕਰ ਇਹ ਪੰਜਾਬੀ ਬੱਚੇ ਪੜ੍ਹਨੀ ਜਾਣਗੇ। ਗ੍ਰੰਥ ਤਾਂ ਹੀ ਬਚੇਗਾ, ਪੰਥ ਤਾਂ ਹੀ ਬਚੇਗਾ ਜੇਕਰ ਜੂੜਾ ਆਪਣੀਆਂ ਮੇਰੀਆਂ ਮਾਤਾਵਾਂ ਭੈਣਾਂ ਬੱਚਿਆਂ ਦਾ ਰਖਾਉਣਗੀਆਂ। ਊੜਾ ਤੇ ਜੂੜਾ ਇਹ ਦੋ ਇੰਪੋਰਟੈਂਟ ਗੱਲਾਂ ਹਨ ਸਿੱਖ ਕੌਮ ਦੇ ਵਿੱਚ। ਇਹਨਾਂ ਦਾ ਬਹੁਤ ਹੀ ਜ਼ਿਆਦਾ ਖਿਆਲ ਰੱਖਣਾ ਪੈਂਦਾ ਹੈ। ਠੀਕ ਹੈ, ਕਈ ਮੇਰੇ ਵੀਰ ਕਹਿੰਦੇ ਹਨ ਅਸੀਂ ਪ੍ਰਦੇਸ਼ਾਂ 'ਚ ਆਏ ਹਾਂ, ਮਜਬੂਰੀਆਂ ਹਨ। ਚਲੋ ਠੀਕ ਹੈ, ਉਹਨਾਂ ਨੂੰ ਮਜਬੂਰੀਆਂ ਹੋ ਗਈਆਂ, ਚਲੋ ਕੋਈ ਗੱਲ ਨਹੀਂ। ਪਰ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ, ਇਹਨਾਂ ਨੂੰ ਹੁਣ ਕੋਈ ਮਜਬੂਰੀ ਨਹੀਂ, ਕਿਉਂਕਿ ਇਹ ਬੱਚੇ ਇੱਥੇ ਪੜ੍ਹ ਰਹੇ ਹਨ। ਇਹਨਾਂ ਨੇ ਇੱਥੋਂ ਹੀ ਪੜ੍ਹਾਈ ਕਰਕੇ, ਇੱਥੇ ਜਰਮਨ ਦੀ ਵਿੱਦਿਆ ਲੈ ਕੇ ਇਹਨਾਂ ਨੇ ਇੱਥੇ ਹੀ ਸਰਕਾਰੀ ਦਫ਼ਤਰਾਂ ਦੇ ਵਿੱਚ ਆਪਣੀਆਂ ਨੌਕਰੀਆਂ ਕਰਨੀਆਂ ਹਨ। ਕੋਈ ਜੱਜ ਬਣ ਸਕਦਾ ਹੈ, ਕੋਈ ਵਕੀਲ ਬਣ ਜਾਏਗਾ, ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਕੋਈ ਜਥੇਦਾਰ ਵੀ ਬਣ ਸਕਦਾ ਹੈ। ਪਰ ਇਹ ਤਾਂ ਹੀ ਸੰਭਵ ਹੈ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਜੋੜਾਂਗੇ। ਗੁਰਦੁਆਰੇ ਅਸੀਂ ਬਣਾ ਰਹੇ ਹਾਂ, ਬਹੁਤ ਹੀ ਅੱਛੀ ਗੱਲ ਹੈ। ਗੁਰਦੁਆਰੇ ਹੋਏ ਤਾਂ ਸੋਝੀ ਪਾਈ ਸੀ, ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕ ਹੈ। ਗੁਰਦੁਆਰਾ ਜੋ ਹੈ ਇਹ ਸਿੱਖਿਆ ਦਾ ਕੇਂਦਰ ਹੈ। ਇੱਥੋਂ ਹੀ ਸਾਨੂੰ ਹਰ ਕਿਸਮ ਦੀ ਗੁਰਮਤਿ ਦੀ, ਪੰਜਾਬੀ ਦੀ ਹਰ ਇੱਕ ਸਾਨੂੰ ਸਿੱਖਿਆ ਤੇ ਸੋਝੀ ਸਾਨੂੰ ਗੁਰਦੁਆਰਾ ਸਾਹਿਬ 'ਚ ਆਣ ਕੇ ਹੀ ਹੋਣੀ ਹੈ। ਮੈਨੂੰ ਪਿੱਛੇ ਇੱਕ ਵਾਰ ਇੱਥੇ ਗੁਰਦੁਆਰੇ ਸਾਹਿਬ ਦੇ ਵਿੱਚ ਆਉਣ ਦਾ ਮੌਕਾ ਮਿਲਿਆ। ਮੇਰੇ ਹੱਥ ਵਿੱਚ ਪੰਜਾਬੀ ਦੇ ਕਾਇਦੇ ਸਨ। ਦਾਸ ਇੱਕ ਛੋਟੀ ਜਿਹੀ ਸੰਸਥਾ ਹੈ ਸਿੱਖ ਸੰਦੇਸ਼ਾ, ਉਹ 8-9 ਸਾਲ ਤੋਂ ਅਸੀਂ ਲਿਟਰੇਚਰ ਛਾਪ ਕੇ ਵੰਡ ਰਹੇ ਹਾਂ। ਤੇ ਹੁਣ ਪਿੱਛੇ ਉਪਰਾਲਾ ਕੀਤਾ ਸੀ ਪੰਜਾਬੀ ਦੇ ਕਾਇਦੇ ਵੰਡੇ। ਤੇ ਜਦੋਂ ਮੈਂ ਇੱਥੇ ਆਇਆ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਦੇ ਨਾਲ, ਤਾਂ ਬਾਬਾ ਜੀ ਕੀ ਵੇਖਿਆ ਕਿ ਇੱਥੇ ਛੋਟੇ ਬੱਚੇ 4-5 ਬੈਠੇ ਸਨ, ਜਿਨ੍ਹਾਂ ਨੂੰ ਬਾਬਾ ਜੀ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਬੱਚਿਆਂ ਨੂੰ ਪੰਜਾਬੀ ਪੜ੍ਹਾ ਰਹੇ ਸਨ। ਬਹੁਤ ਹੀ ਖੁਸ਼ੀ ਹੋਈ ਵੇਖ ਕੇ। ਇਹ ਕਾਰਜ ਹਰ ਇੱਕ ਗੁਰਦੁਆਰੇ ਵਿੱਚ ਹੋਣਾ ਚਾਹੀਦਾ ਹੈ, ਪਰ ਇਹ ਕਾਰਜ ਹਰ ਇੱਕ ਗੁਰਦੁਆਰੇ ਵਿੱਚ ਹੋ ਨਹੀਂ ਰਿਹਾ। ਸਕੂਲ ਪਿੱਛੇ ਮੈਂ ਆਇਆ ਤਾਂ ਇੱਥੇ ਸਕੂਲ ਵੀ ਟੀਚਰ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਸਨ। ਮੈਂ ਦੇਖ ਕੇ ਗਿਆ ਤੇ ਬਹੁਤ ਹੀ ਮਨ ਖੁਸ਼ ਹੋਇਆ। ਤੋ ਬੇਨਤੀ ਹੈ ਮੇਰੀ ਹਰ ਇੱਕ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਬਈ ਇੱਦਾਂ ਦੇ ਉਪਰਾਲੇ ਕੀਤੇ ਜਾਣ। ਹਰ ਇੱਕ ਗੁਰਦੁਆਰੇ ਦੇ ਵਿੱਚ ਇੱਕ ਲਾਇਬ੍ਰੇਰੀ ਬਣਾਈ ਜਾਵੇ, ਇੱਕ ਸਕੂਲ ਹੋਵੇ, ਤਾਂ ਕਿ ਜਿੱਥੋਂ ਆਪਣੇ ਵੱਡੇ ਵੀ ਸਿੱਖਿਆ ਲੈ ਸਕਣ ਤੇ ਛੋਟੇ ਬੱਚੇ ਵੀ ਉੱਥੋਂ ਸਿੱਖਿਆ ਲੈ ਸਕਣ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਇੰਨੀਆਂ ਮੈਂ ਬੇਨਤੀਆਂ ਕੀਤੀਆਂ ਹਨ ਆਪਣੀਆਂ ਮਾਤਾਵਾਂ ਨੂੰ ਤੇ ਭੈਣਾਂ ਨੂੰ ਵੀ ਭੈਣੋ, ਵੀਰੋ ਤੇ ਮਾਤਾਵੋ, ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੋ। ਤੇ ਗੁਰਦੁਆਰੇ ਆਉਣ ਦਾ ਸਾਨੂੰ ਬਣਾਉਣ ਦਾ ਤਾਂ ਹੀ ਫਾਇਦਾ ਹੈ ਜੇ ਜਿਵੇਂ ਭਾਈ ਸਾਹਿਬ ਨੇ ਦੱਸਿਆ ਵੀ ਚਰਚਾ ਵੇਖਣੀਆਂ ਹਨ, ਕਿਤੇ ਕੱਲ੍ਹ ਨੂੰ ਸਾਡੇ 'ਤੇ ਕੋਈ ਇੱਦਾਂ ਦਾ ਕੋਈ ਗੱਲ ਨਾ ਹੋ ਜਾਵੇ। ਅੱਜ ਅਸੀਂ ਜੇ ਬੱਚਿਆਂ ਨੂੰ ਪੜ੍ਹਾਵਾਂਗੇ, ਉੱਚੀ ਵਿੱਦਿਆ ਦਿਆਂਗੇ, ਤਾਂ ਇਹ ਕਮੇਟੀਆਂ ਦੇ ਵਿੱਚ ਆਉਣਗੇ ਤਾਂ ਅੱਗੋਂ ਇਹ ਗੁਰਦੁਆਰੇ ਦੇ ਪ੍ਰਬੰਧ ਨੂੰ ਅੱਛੀ ਤਰ੍ਹਾਂ ਚਲਾਉਣਗੇ।
ਸੋ ਗੁਰਦੁਆਰਾ ਸਿੰਘ ਸਭਾ ਦੀ ਸਮੂਹ ਕਮੇਟੀ ਵੱਲੋਂ ਅਤੇ ਸਮੂਹ ਸਾਧ ਸੰਗਤ ਜੀ ਵੱਲੋਂ ਆਪ ਜੀ ਨੂੰ ਲੱਖ ਲੱਖ ਵਧਾਈ ਹੋਵੇ, ਮੈਨੇਜਮੈਂਟ ਨੂੰ ਤੇ ਸੰਗਤ ਨੂੰ, ਜਿਨ੍ਹਾਂ ਨੇ ਬਹੁਤ ਹੀ ਅੱਛੇ ਉਪਰਾਲੇ ਕੀਤੇ। ਬਹੁਤ ਹੀ ਗੁਰੂ ਜੀ ਦੇ ਸੁੰਦਰ ਗੁਰਦੁਆਰਾ ਸਾਹਿਬਾਨ ਬਣਾਏ, ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਤੇ ਬਹੁਤ ਹੀ ਵਧੀਆ ਇੱਥੇ ਪ੍ਰੋਗਰਾਮ ਉਲੀਕਿਆ, ਜਿਨ੍ਹਾਂ ਨੇ ਜੋ ਆਫੀਸ਼ਲੀ ਇਹਨਾਂ ਨੂੰ ਮਿਲੀ ਇਜਾਜ਼ਤ ਤੇ ਇਹ ਵਧਾਈ ਦੇ ਪਾਤਰ ਹਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਕਿਸੇ ਦੇ ਸ਼ਾਨ ਦੇ ਖਿਲਾਫ ਕੋਈ ਗੱਲ ਕਹਿ ਦਿੱਤੀ ਹੋਵੇ ਤਾਂ ਨਿਮਾਣਾ ਸਮਝ ਕੇ ਮਾफ़ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਆ ਇੱਕ ਦੇ ਕੋਲੇ ਤਾਰ ਹੈ ਤੇ ਇੱਕ ਕੋਲੇ ਚੌਰ ਹੈ। ਉਹ ਹੀ ਮਾਲਕ ਗੁਰੂ ਗ੍ਰੰਥ ਸਾਹਿਬ ਸਾਡਾ ਹੈ ਤੇ ਸਾਨੂੰ ਵੀ ਮੌਕਾ ਦਿੱਤਾ ਹੈ ਮਾਲਕ ਨੇ, ਇਹ ਅਸਥਾਨ ਬਖਸ਼ਿਆ ਹੈ ਤੇ ਆਪ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਸਰੂਪ ਦਸਾਂ ਪਾਤਸ਼ਾਹੀਆਂ ਦੇ ਸਾਡੇ ਕੋਲ ਹੈ ਤੇ ਅਸੀਂ ਇਹਨਾਂ ਦਾ ਪਿਆਰ ਕਰਨਾ, ਅਸੀਂ ਇਹਨਾਂ ਦੀ ਸਿੱਖਿਆ ਲੈਣੀ ਹੈ। ਸਿੱਖਿਆ ਕੀ ਹੈ? ਜੀਵਨ ਦੇ ਵਿੱਚ ਇੱਕ ਸਿੱਖਿਆ ਕਮਾ ਲਈਏ ਤੇ ਉਹਦੇ ਨਾਲ ਜੀਵਨ ਸਫਲਾ ਹੋ ਜਾਂਦਾ। ਮਹਾਰਾਜ ਕਹਿੰਦੇ ਆ, ਜਪਜੀ ਸਾਹਿਬ ਦੇ ਵਿੱਚ ਆਪ ਸਾਰੇ ਪੜ੍ਹਦੇ ਆ, ਮਹਾਰਾਜ ਪਾਤਸ਼ਾਹ ਜੀ ਕਹਿੰਦੇ ਆ, ਕਿਵ ਸਚਿਆਰਾ ਹੋਈਐ। ਐ ਸਿੱਖ, ਤੂੰ ਜ਼ਿੰਦਗੀ ਦੇ ਵਿੱਚ ਸਚਿਆਰ ਹੋਣਾ ਸਿੱਖ ਲੈ। ਚੰਗਾ ਕਿਵੇਂ ਬਣਨਾ, ਚੰਗੇ ਗੁਣ ਕਿਵੇਂ ਧਾਰਨ ਕਰਨੇ ਆ। ਤੇ ਮਹਾਰਾਜ ਅਗਲੀ ਪੰਕਤੀ ਦੇ ਵਿੱਚ ਉਹਦਾ ਜਵਾਬ ਦਿੰਦੇ ਆ ਕਿ ਤੂੰ ਸਚਿਆਰ ਹੋ ਕੇ ਕੀ ਕਰਨਾ, ਸਚਿਆਰ ਕਿਵੇਂ ਬਣ ਸਕਦਾ ਹੈ। ਉਹ ਹੈ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜੇ ਅਸੀਂ ਹੁਕਮ ਤੇ ਰਜਾ ਵਿੱਚ ਜੋ ਮਾਲਕ ਕਰ ਰਿਹਾ ਹੈ ਉਹਨੂੰ ਕਹਿਣਾ, ਮਾਲਕ ਤੇਰਾ ਸ਼ੁਕਰ ਹੈ, ਸ਼ੁਕਰ ਹੈ ਜੋ ਤੂੰ ਇਹ ਸਾਡਾ ਕੀਤਾ ਹੈ, ਤੂੰ ਸਾਡੇ ਵਾਸਤੇ ਹੀ ਕਰ ਰਿਹਾ ਹੈ, ਜੋ ਤੂੰ ਕੀਤਾ ਹੈ ਸਾਡੇ ਵਾਸਤੇ ਕੀਤਾ ਹੈ ਤੇ ਜੋ ਕੀਤਾ ਹੈ ਉਹ ਚੰਗਾ ਕੀਤਾ। ਜਦੋਂ ਅਸੀਂ ਇਸ ਚੀਜ਼ ਦੇ ਧਾਰਨੀ ਬਣ ਗਏ ਤਾਂ ਮਾਲਕ ਸਾਡੇ ਤੇ ਰਹਿਮਤ ਕਰੇਗਾ, ਸਾਡਾ ਜੀਵਨ ਤੇ ਸਾਡੇ ਬੱਚਿਆਂ ਦਾ ਜੀਵਨ ਵੀ ਸਫਲਾ ਹੋ ਜਾਏਗਾ। ਆਪ ਸਾਰੀਆਂ ਸੰਗਤਾਂ ਦਾ ਇੱਕ ਇੱਕ ਦਾ ਨਾਂ ਲਿਆ ਤੇ ਬਹੁਤ ਜ਼ਿਆਦਾ ਹੋ ਜਾਣਾ, ਕੋਈ ਨਾਂ ਰਹਿ ਜਾਣਗੇ। ਜਿਨ੍ਹਾਂ ਨੇ ਇਸ ਅਸਥਾਨ ਤੇ ਤਨ ਮਨ ਧਨ ਨਾਲ ਸੇਵਾ ਕੀਤੀ ਹੈ, ਬੀਬੀਆਂ, ਇਹ ਨਹੀਂ ਸਿੱਖ ਕਮਿਊਨਿਟੀ, ਦੂਸਰੀ ਆਪਣੇ ਅਫਗਾਨੀ ਬੀਬੀਆਂ, ਅਫਗਾਨੀ ਵੀਰ, ਜਿਨ੍ਹਾਂ ਨੇ ਆ ਕੇ ਇੱਥੇ ਸੇਵਾ ਕੀਤੀ ਹੈ ਤਨ ਮਨ ਧਨ ਨਾਲ, ਤੇ ਸਾਡੇ ਸਾਰੇ ਵੀਰਾਂ ਨੇ, ਬੱਚਿਆਂ ਨੇ, ਛੋਟੇ ਬੱਚੇ ਜਿਹੜੇ ਉਸ ਦਿਨ ਜਦੋਂ ਇਹ ਸੇਵਾ ਚੱਲ ਰਹੀ ਸੀ, ਕੁਦਰਤੀ ਛੁੱਟੀਆਂ ਆ ਗਈਆਂ 1.5 ਮਹੀਨੇ ਦੀਆਂ, 1.5 ਮਹੀਨੇ ਦੇ ਵਿੱਚ ਉਹ ਗੁਰਦੁਆਰੇ ਹੀ ਰਹੇ ਤੇ ਰਾਤ ਦਿਨ ਉਹਨਾਂ ਨੇ ਸੇਵਾ ਕਰਨੀ, ਬੜੇ ਪਿਆਰ ਦੇ ਨਾਲ ਸੇਵਾ ਕੀਤੀ ਹੈ। ਤੇ ਮਾਲਕ ਮਿਹਰ ਕਰੇ। ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ, ਆਉਣ ਵਾਲੇ ਸਮੇਂ 'ਚ ਮਹਾਰਾਜ ਇਹਨਾਂ ਨੂੰ ਤਰੱਕੀ ਬਖਸ਼ਣ ਤੇ ਬਹੁਤ ਵਧਣ ਫੁੱਲਣ ਤੇ गुरु का नाम लैन। ये आप सारिया संगतां का बहुत बहुत धन्यवाद है कि आप अल्लाह की इबादत के लिए यहाँ जमा हुए हैं। और इस स्टेज पे मैं आप सबसे एक दरख्वास्त है कि आप सब हम मिल के हाथ से हाथ जोड़ के और इंसानियत के लिए एक हो जाए और ये लफ्ज़ ज़ुबान पे हो कि मोहब्बत सब के लिए, नफ़रत किसी से नहीं। तो मेरी इस विनती के साथ मैं खत्म करता हूँ। जो लरे दीन के हेत पुरजा पुरजा कट मरे कबूना शादियों खेत, मारता मारता जन्म हुआ मर भी न जाने कोई, ऐसी मरनी जो मरे बहु न मारना होए। आज्ञा पे अकाल की तबे चलायो पंथ, सब सिखन को हुक्म है गुरु मानियो ग्रंथ, गुरु मानियो ग्रंथ। सिंगा याद कर जरा इतिहास अपना, तनु सतगुरु सी किन्ना मान दिता, लखा सिंह सन शेर कुर्बान हो गए ते सिखी सिदक ना उना जान दिता। पग सिख दी आन है, पग सिख दी शान है, सिर ते सोनी पग सजा के बंदा सिख महान है, बंदा सिख महान है। वाहिगुरु जी का खालसा, वाहिगुरु जी की फतेह। चित ला के सुनियो गुर सिखो, एक ओरा पर उपकारी सी, जो धर्मी हमी सच रासी, ते
सच दे पहरेदार बने गाय करिए सिख सरदारां दी सिख रैनी अटकते अटकाते जद सिख आई ते आ जांगे जद बरक मारदा सी जंजुआ अफगानी खतरा जांदे पर थक मिसाल है नलुए दी गाय करिए जे किरदारां दी जो सच दे पहरेदार बने गाय करिए सिख सरदारां दी जालम ते गा टुट गया ना टुटिया सदख दिले रंगा जालम ने तिखी रंबीले तन जगरब पर शेरांदा सिर नालो तारम प्यारा है गल करिए जे प्यारा दी जो सच दे पहरेदार बने गल करिए सिख सरदारां दी गल करिए सिख सरदारां दी वाहिगुरु जी का खालसा वाहिगुरु जी की फतेह। ਧੰਨਵਾਦ ਜਿਹੜੇ ਇੱਥੇ ਆ ਕੇ ਇਹ ਸਾਰਾ ਪ੍ਰੋਗਰਾਮ ਕਵਰ ਕੀਤਾ ਹੈ, ਜਿਨ੍ਹਾਂ ਨੇ ਮਾਲਕ ਮਿਹਰਾਂ ਕਰਨ ਤੇ ਰਾਤ ਦਿਨ ਇਹਨਾਂ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਣ ਤੇ ਇਸੇ ਤਰ੍ਹਾਂ ਸੰਗਤਾਂ ਦੀ ਸੇਵਾ ਕਰਨ। ਹੁਣ ਆਪਾਂ ਅਰਦਾਸ ਵਿੱਚ ਜੁੜੀਏ ਤੇ ਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲਈਏ।